ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਖਾਲਸਾ ਮਾਈ ਭਾਈ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਕਿਰਪਾ ਹੋਈ ਹੈ ਜੋ ਆਪ ਮਾਈ ਭਾਈ ਅਸੀਂ ਤੁਸੀਂ ਰਲ ਮਿਲ ਕੇ ਆਪਣੇ ਨਿਤਨੇਮ ਅਨੁਸਾਰ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹਾਂ। ਸਤਿਗੁਰਾਂ ਨੇ ਕਿਰਪਾ ਕੀਤੀ, ਸਾਰਿਆਂ ਨੂੰ ਆਪਾਂ ਨੂੰ ਇਹ ਸੁਭਾਗਾ ਸਮਾਂ ਮਹਾਰਾਜ ਨੇ ਇਹ ਮਾਣ ਬਖਸ਼ਿਆ ਹੈ ਆਪਣੀ ਨਿੱਘੀ ਗੋਦ ਵਿੱਚ ਬੈਠਣ ਦਾ। ਬੜੇ ਪਿਆਰ ਦੇ ਨਾਲ ਆਪ ਸੰਗਤ ਨੇ ਆਸਾ ਦੀ ਵਾਰ ਸ਼ਬਦ ਕੀਰਤਨ ਸਰਵਣ ਕੀਤੇ ਨੇ। ਹੁਣ ਸਮਾਂ ਹੈ ਅੱਜ ਦੇ ਮੁੱਖ ਵਾਕ ਦੀ ਵਿਚਾਰ ਸੰਗਤਾਂ ਨਾਲ ਸਾਂਝੀ ਕੀਤੀ ਜਾਵੇ। ਅੱਜ ਦਾ ਮੁੱਖ ਵਾਕ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੁਆਰਾ ਉਚਾਰਨ ਕੀਤਾ ਹੋਇਆ ਰਾਗ ਸੋਰਠ ਦੇ ਅੰਦਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਅੰਗ 605 ਤੇ ਇਹ ਸ਼ਬਦ ਆਰੰਭ ਹੁੰਦਾ ਹੈ ਤੇ 606 ਅੰਗ ਤੇ ਇਸ ਸ਼ਬਦ ਦੀ ਸਮਾਪਤੀ ਹੁੰਦੀ ਹੈ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਇਸ ਧੁਰਤ ਕੀ ਬਾਣੀ ਦੇ ਰਾਹੀਂ, ਅਕਾਲੀ ਬਾਣੀ ਦੇ ਰਾਹੀਂ ਆਪਾਂ ਸਾਰਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਹੇ ਭਾਈ, ਹੇ ਦੁਨੀਆ ਦੇ ਲੋਕੋ, ਉਹ ਜਿਹੜਾ ਪਰਮਾਤਮਾ ਹੈ ਉਹਦੀ ਖੇਡ ਸਾਰੇ ਪਾਸੇ ਵਰਤ ਰਹੀ ਹੈ, ਹੋਰ ਕੋਈ ਵੀ ਦੂਜਾ ਨਹੀਂ। ਤੇ ਇਸ ਸੰਸਾਰ ਦੇ ਅੰਦਰ ਜੋ ਵੀ ਚੰਗੇ ਮਾੜੇ ਜੀਵ ਹਨ ਉਹ ਸਾਰੇ ਉਸੇ ਪਰਮਾਤਮਾ ਦੀ ਖੇਡ ਦਾ ਹਿੱਸਾ ਹਨ। ਕਿਉਂਕਿ ਗੁਰੂ ਕੀ ਬਾਣੀ ਦਾ ਕਥਨ ਹੈ, ਨਾ ਕੋ ਮੂਰਖ ਨਾ ਕੋ ਸਿਆਣਾ ਵਰਤੈ ਸਭ ਕਿਛ ਤੇਰਾ ਭਾਣਾ। ਕਿ ਜਿੰਨੇ ਵੀ ਚੰਗੇ ਅਤੇ ਮਾੜੇ ਲੋਕ ਨੇ, ਚੰਗੇ ਅਤੇ ਬੁਰੇ ਕੰਮ ਨੇ, ਜੋ ਵੀ ਕੁਝ ਹੈ ਉਹ ਆਪ ਹੀ ਹੈ, ਉਹਦੀ ਖੇਡ ਹੀ ਵਰਤ ਰਹੀ ਹੈ। ਫਿਰ ਆਪਾਂ ਕਵਾਂਗੇ ਬਈ ਗਿਆਨੀ ਜੀ, ਫਿਰ ਤੇ ਆਪਾਂ ਨੂੰ ਕਿਸੇ ਨੂੰ ਕੁਝ ਕਹਿਣਾ ਹੀ ਨਹੀਂ ਚਾਹੀਦਾ ਜੇ ਸਾਰਾ ਕੁਝ ਉਹ ਪਰਮਾਤਮਾ ਆਪ ਕਰ ਰਿਹਾ ਹੈ। ਪਰ ਸਾਧ ਸੰਗਤ ਜੀ, ਸਾਡੀ ਜਿਹੜੀ ਸੋਚ ਹੈ ਨਾ, ਸਾਡੀ ਜਿਹੜੀ ਮੱਤ ਹੈ ਉਹ ਐਸੀ ਹੈ, ਜਿਵੇਂ ਕਹਿੰਦੇ ਇੱਕ ਵਾਰੀ ਇੱਕ ਹੰਸ ਹੈ ਜਿਹੜਾ ਉੱਡਦਾ ਉਡਾਉਂਦਾ ਕਿਸੇ ਖੂਹ ਦੇ ਕਿਨਾਰੇ 'ਤੇ ਆ ਕੇ ਬੈਠ ਜਾਂਦਾ ਅਤੇ ਉਹਦਾ ਸੁਭਾਅ ਬਣ ਗਿਆ, ਖੂਹ ਦਾ ਕਿਨਾਰਾ ਉਹਨੂੰ ਚੰਗਾ ਲੱਗਾ। ਨਹੀਂ ਤੇ ਹੰਸ ਹੈ ਜਿਹੜਾ ਉਹ ਤਾਂ ਮਾਨ ਸਰੋਵਰ 'ਤੇ ਰਹਿੰਦਾ। ਆਪਾਂ ਸਾਰਿਆਂ ਨੂੰ ਪਤਾ ਹੈ, ਹੰਸਾਂ ਹੀਰਾ ਮੋਤੀ ਚੁਗਣਾ ਬੱਗ ਡੱਡਾ ਭਾਲਣ ਜਾਵੇ, ਮਹਾਰਾਜ ਦੀ ਬਾਣੀ ਦਾ ਵੀ ਕਥਨ ਹੈ। ਉਹ ਰੋਜ਼ ਕਹਿੰਦੇ ਦੂਜੇ ਤੀਜੇ ਦਿਨ ਆ ਕੇ ਉੱਥੇ ਖੂਹ ਦੇ ਕਿਨਾਰੇ 'ਤੇ ਬੈਠਿਆ ਕਰੇ ਅਤੇ ਖੂਹ ਦੇ ਵਿੱਚ ਸੀ ਇੱਕ ਡੱਡੂ, ਅਤੇ ਕਹਿੰਦਾ ਉਹ ਜਿਹੜਾ ਡੱਡੂ ਹੈ ਅਤੇ ਹੌਲੀ ਹੌਲੀ ਇਹਨਾਂ ਦੀ ਆਪਸ ਦੇ ਵਿੱਚ ਗੱਲਬਾਤ ਵਾਕਬੀ ਹੋਈ, ਮਿੱਤਰਤਾ ਹੀ ਬਣ ਗਈ। ਅਤੇ ਇੱਕ ਦਿਨ ਡੱਡੂ ਉਸ ਹੰਸ ਨੂੰ ਪੁੱਛਦਾ ਹੈ, ਬਈ ਮਿੱਤਰਾ, ਮੇਰਾ ਤੇ ਟਿਕਾਣਾ ਇੱਥੇ ਹੈ, ਤੂੰ ਮੇਰੇ ਕੋਲ ਆ ਜਾਂਦਾ ਹੈ, ਪਰ ਤੂੰ ਕਿੱਥੇ ਰਹਿੰਦਾ ਵੀ ਤੇਰੇ ਬਾਰੇ ਨਹੀਂ ਮੈਨੂੰ ਪਤਾ। ਅਤੇ ਹੰਸ ਕਹਿੰਦਾ ਜੀ ਮੈਂ ਤੇ ਮਾਨ ਸਰੋਵਰ ਝੀਲ ਹੈ ਉੱਥੇ ਰਹਿੰਦਾ। ਕਹਿਣ ਲੱਗਾ ਵੀ ਕਿੱਡੀ ਕੁ ਵੱਡੀ ਝੀਲ ਹੈ। ਉਹ ਆਖਣ ਲੱਗਾ ਵੀ ਝੀਲ ਦਾ ਤਾਂ ਕੋਈ ਅੰਤ ਹੀ ਨਹੀਂ, ਜਿੱਥੇ ਮੈਂ ਰਹਿੰਦਾ ਉਹ ਤਾਂ ਬਹੁਤ ਹੀ ਵੱਡਾ ਅਥਾਹ ਹੈ, ਉਹਦੇ ਪਾਰਾਵਾਰ ਦਾ ਅੰਤ ਨਹੀਂ। ਉਸ ਡੱਡੂ ਨੇ ਛਾਲ ਮਾਰੀ, ਆਖਣ ਲੱਗਾ ਅੱਧ 'ਚ ਆ ਕੇ ਖੂਹ ਦੇ, ਕਹਿੰਦਾ ਐਡੀ ਕੁ ਵੱਡੀ ਹੈ। ਉਹ ਕਹਿਣ ਲੱਗਾ ਨਹੀਂ, ਇਹ ਤਾਂ ਕੁਝ ਵੀ ਨਹੀਂ। ਫਿਰ ਉਹਨੇ ਦੂਜੀ ਛਾਲ ਮਾਰੀ, ਕਿਨਾਰਾ ਪੂਰਾ ਹੋ ਗਿਆ ਖੂਹ ਦਾ, ਵੀ ਐਡੀ ਵੱਡੀ ਹੈ। ਉਹ ਕਹਿਣ ਲੱਗਾ ਨਹੀਂ ਨਹੀਂ, ਇਹੋ ਜਿਹੇ ਤਾਂ ਲੱਖਾਂ ਖੂਹ, ਉਹਦੇ ਵਿੱਚ ਕਰੋੜਾਂ ਖੂਹ ਸਮਾ ਜਾਣੇ ਤੇ ਕੁਛ ਵੀ ਨਹੀਂ। ਅਤੇ ਉਹ ਡੱਡੂ ਨੇ ਪਤਾ ਕੀ ਗੱਲ ਕਹੀ, ਉਹ ਆਪਣੇ ਵਾਲੀ ਗੱਲ, ਬਈ ਨਹੀਂ ਨਹੀਂ ਵੇ ਤੂੰ ਝੂਠ ਬੋਲਦਾ, ਐਵੇਂ ਨਹੀਂ ਹੋ ਸਕਦਾ। ਅਤੇ ਸਾਧ ਸੰਗਤ ਜੀ, ਸੱਚੀ ਗੱਲ ਇਹੀ ਹੈ, ਜਿਹੜੀ ਰੱਬ ਦੀ ਗੱਲ ਹੈ ਨਾ ਜਾਂ ਗੁਰੂ ਕੀ ਬਾਣੀ ਹੈ, ਉਹ ਤਾਂ ਹੰਸ ਹੈ, ਮਾਨ ਸਰੋਵਰ ਦੇ ਉੱਤੇ ਰਹਿੰਦੀ ਹੈ। ਕਿਉਂਕਿ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਟਾਈ। ਜਿਉਂ ਇਉਂ ਕਹਿ ਲਈਏ, ਗੁਰੂ ਨਾਨਕ ਸਾਹਿਬ ਜੀ ਦਾ ਕਥਨ ਹੈ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ। ਵੇ ਲਾਲੋ ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ। ਵੇ ਲਾਲੋ, ਮਹਾਰਾਜ ਦੀ ਜਿਹੜੀ ਬਾਣੀ ਧੁਰਕੀ ਆ, ਅਕਾਲੀ ਬਾਣੀ, ਉਸ ਪਰਮਾਤਮਾ ਦੇ ਘਰ ਦੀ ਹੈ ਨਾ, ਇਹ ਤੇ ਹੈਗੀ ਮਾਨ ਸਰੋਵਰ। ਹੰਸ ਜਿਹੜੇ ਰੱਬ ਦੇ ਪਿਆਰੇ ਨੇ ਉਹ ਹੰਸਾਂ ਦੇ ਵਾਂਗੂ ਨੇ,
ਤੇ ਇਹ ਬਾਣੀ ਉਸ ਪਰਮਾਤਮਾ ਦੀ ਵਿਆਖਿਆ ਕਰਦੀ ਹੈ ਜਿਹਦੇ ਪਾਰਾਵਾਰ ਦਾ ਅੰਤ ਨਹੀਂ। ਤੇ ਆਪਾਂ ਆਮ ਕਰਕੇ ਇਹ ਗੱਲ ਕਹਿ ਦਿੰਦੇ ਆ, ਜੇ ਕੋਈ ਬੰਦਾ ਰੱਬੀ ਗੱਲ ਕਰੇ, ਰੱਬ ਦੀ ਗੱਲ ਸੁਣਾਵੇ, ਨਹੀਂ ਜੀ ਇਹ ਤੇ ਐਵੇਂ ਹੀ ਗੱਲਾਂ ਬਣਾਈਆਂ ਹੋਈਆਂ ਨੇ। ਪਰ ਨਹੀਂ, ਇਹ ਜਿਹੜਾ ਡੱਡੂ ਆ ਕਹਿਣ ਲੱਗਾ ਨਹੀਂ ਬਈ ਤੂੰ ਤੇ ਝੂਠ ਬੋਲਦਾ। ਪਰ ਇਸ ਗੱਲ ਦਾ ਜੇ ਨਕਸ਼ਾ ਖਿੱਚਿਆ ਹੋਇਆ ਆਪਾਂ ਬਾਣੀ ਦੇ ਵਿੱਚ ਪੜ੍ਹਨਾ ਹੋਵੇ ਤੇ ਸ਼੍ਰੋਮਣੀ ਭਗਤ ਰਵਿਦਾਸ ਜੀ ਆਪਣੀ ਕਲਮ ਤੋਂ ਇਹ ਗੱਲ ਲਿਖਦੇ ਨੇ, ਕੂਪ ਭਰਿਓ ਜੈਸੇ ਦਾਦਰਾ, ਕਛ ਆਰਾ ਪਾਰ ਨਾ ਸੂਝ, ਐਸੇ ਮੇਰਾ ਮਨ ਵਿਖਿਆ ਬਿਮੋਹਿਆ, ਕਛ ਆਰਾ ਪਾਰ ਨਾ ਸੂਝ। ਇਸ ਤਰ੍ਹਾਂ ਕਰਕੇ ਪੰਗਤੀ ਆਉਂਦੀ ਹੈ, ਮੈਨੂੰ ਥੋੜ੍ਹੀ ਵਿਸਰੀ ਹੈ ਕਿ ਕੂਪ ਭਰਿਓ ਜੈਸੇ ਦਾਦਰਾ, ਕਿ ਜਿਵੇਂ ਖੂਹ ਹੈ, ਖੂਹ ਦਾ ਜਿਹੜਾ ਡੱਡੂ ਹੈ ਉਹਨੂੰ ਬਾਹਰ ਦਾ ਨਹੀਂ ਪਤਾ ਵੀ ਬਾਹਰ ਕੀ ਕੁਝ ਹੋ ਰਿਹਾ। ਪਰ ਸਾਧ ਸੰਗਤ ਜੀ ਜਦੋਂ ਸਮਾਂ ਬਣੇ ਨਾ, ਕਿਉਂਕਿ ਮਹਾਰਾਜ ਦੀ ਬਾਣੀ ਵੇਖੋ ਕੈਸੀ ਬਾਣੀ ਹੈ। ਮਹਾਰਾਜ ਕਹਿੰਦੇ ਜੇ ਤਿਸ ਭਾਵੈ ਨਾਨਕਾ ਕਾਗੋਂ ਹੰਸ ਕਰਿਓ, ਤੇ ਕਾਵਾਂ ਤੋਂ ਹੰਸ ਵੀ ਬਣਾ ਦਿੰਦਾ। ਕਹਿੰਦੇ ਜਿਵੇਂ ਖੂਹ ਸੇ ਵਿੱਚ ਡੱਡੂ ਰਹਿੰਦਾ। ਤੇ ਹੁਣ ਉਹ ਕਹਿੰਦਾ ਨਹੀਂ ਤੂੰ ਝੂਠ ਬੋਲਦਾ, ਐਵੇਂ ਨਹੀਂ ਹੋ ਸਕਦਾ। ਉਹ ਕਹਿੰਦੇ ਉਹਨੇ ਬੜਾ ਜ਼ੋਰ ਲਾਇਆ ਹੰਸ ਨੇ, ਪਰ ਉਹ ਨਾ ਸਮਝਿਆ। ਠੀਕ ਹੈ ਭਾਈ ਤੇਰੀ ਮਰਜ਼ੀ ਹੈ। ਸਮਾਂ ਆਪਣੀ ਚਾਲ ਚੱਲਦਾ ਗਿਆ। ਇੱਕ ਵਾਰੀ ਕਹਿੰਦੇ ਫਿਰ ਬਹੁਤ ਜ਼ਿਆਦਾ ਮੀਂਹ ਪਿਆ, ਬਾਰਿਸ਼, ਹੜ੍ਹ ਆਇਆ। ਉਹ ਜਿਹੜਾ ਖੂਹ ਸੀ ਨਾ ਉਹ ਵੀ ਪਾਣੀ ਦਾ ਫੁੱਲ ਭਰ ਗਿਆ। ਅਤੇ ਹੁਣ ਡੱਡੂ ਨੇ ਬਾਹਰ ਆਉਣਾ ਹੀ ਸੀ। ਜਦੋਂ ਡੱਡੂ ਰਿੜਦਾ ਰੜਾਉਂਦਾ ਹੌਲੀ ਹੌਲੀ ਅੱਗੇ ਦੀ ਅੱਗੇ ਦਰਿਆ ਦੇ ਕਿਨਾਰੇ 'ਤੇ ਪਹੁੰਚਿਆ, ਕਹਿਣ ਲੱਗਾ ਵਾਕਿਆ ਹੀ ਬਈ ਜਿਹੜਾ ਹੰਸ ਗੱਲ ਕਹਿੰਦਾ ਸੀ ਨਾ ਉਹ ਗੱਲ ਸੱਚੀ ਹੈ, ਬਈ ਕੋਈ ਪਾਰਾਵਾਰ ਨਹੀਂ। ਪਰ ਹਲੇ ਉੱਥੇ ਵੀ ਨਹੀਂ ਪਹੁੰਚਿਆ ਜਿੱਥੇ ਮਾਨਸਰੋਵਰ 'ਤੇ ਪਹੁੰਚਣਾ ਸੌਖੀ ਗੱਲ ਥੋੜ੍ਹੀ ਹੈ। ਕਿਉਂਕਿ ਇਸੇ ਤਰ੍ਹਾਂ ਹੀ ਜਿਹੜੀ ਰੱਬ ਦੀ ਬਾਣੀ ਹੈ ਨਾ, ਮਹਾਰਾਜ ਇਹ ਉਸ ਪਦਵੀ ਦੀ, ਉਸ ਜਿਹੜਾ ਸਾਡਾ ਮਾਈਂਡ ਲੈਵਲ ਹੈ ਨਾ, ਉਸ ਦੀ ਗੱਲ ਕਰਦੇ ਨੇ ਜਿਹੜੇ ਵਾਕਿਆ ਹੀ ਉੱਥੇ ਪਹੁੰਚੇ ਹੋਏ ਨੇ। ਮਹਾਰਾਜ ਸਾਨੂੰ ਸਮਝਾਉਂਦੇ ਨੇ। ਆਓ ਆਪਾਂ ਸਰਵਣ ਕਰਦੇ ਹਾਂ। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ, ਸੋਰਠ ਮਹੱਲਾ ਚੌਥਾ, ਆਪੇ ਕੰਡਾ ਆਪ ਤਰਾਜੀ, ਪ੍ਰਭ ਆਪੇ ਤੋਲ ਤੋਲਾਇਆ। God himself is the balance scale। ਕਿ ਜਿਵੇਂ ਤੁਸੀਂ ਵੇਖਿਆ ਹੋਵੇਗਾ, ਪੁਰਾਣੇ ਬੰਦਿਆਂ ਨੂੰ ਪਤਾ ਹੈ, ਇੰਡੀਆ ਦੇ ਵਿੱਚ ਅੱਜ ਵੀ ਜਿਹੜੇ ਵਿਚਾਰੇ ਮਾਤੜ ਗਰੀਬ ਬੰਦੇ ਨੇ, ਉਹਨਾਂ ਦੇ ਕੋਲ ਅੱਜ ਵੀ ਤੋਲਣ ਵਾਸਤੇ ਨਾ ਤੱਕੜੀ ਹੈ, ਜਿਹੜੀ ਬੇਸ਼ੱਕ ਅੱਜ ਕੱਲ੍ਹ ਇਲੈਕਟ੍ਰੋਨਿਕ ਕੰਡੇ ਆ ਗਏ। ਪਰ ਪੁਰਾਣੇ ਸਮਿਆਂ ਦੇ ਵਿੱਚ ਜਾਂ ਅੱਜ ਕਹਿ ਲਈਏ ਗਰੀਬ ਲੋਕਾਂ ਦੇ ਕੋਲ ਅੱਜ ਵੀ ਉਹ ਤੱਕੜੀ ਹੈ, ਜਿਹਦੇ ਦੋ ਛਾਬੇ ਹੁੰਦੇ ਸੀ, ਇੱਕ ਡੰਡੀ, ਤੇ ਡੰਡੀ ਦੇ ਨਾਲ ਰੱਸੀਆਂ ਬੰਨ੍ਹ ਕੇ ਜਾਂ ਸੰਗਲੀਆਂ ਪਤਲੀਆਂ ਬੰਨ੍ਹ ਕੇ ਲਾਵਾਂ ਉਹਨੂੰ ਕਹਿ ਦਿੰਦੇ। ਅਤੇ ਫਿਰ ਉਹਦੇ ਸੈਂਟਰ ਦੇ ਵਿੱਚ ਇੱਕ ਬੋਦੀ ਹੁੰਦੀ ਸੀ, ਅਤੇ ਬੋਦੀ ਨੂੰ ਫੜ ਕੇ ਉਸ ਤੱਕੜੀ ਦੇ ਵਿੱਚ, ਉਸ ਤਰਾਜੂ ਦੇ ਵਿੱਚ ਕੋਈ ਨਾ ਕੋਈ ਚੀਜ਼ ਹੈ ਜਿਹੜੀ ਉਹ ਤੋਲੀ ਜਾਂਦੀ ਸੀ। ਅਤੇ ਵਿਚਕਾਰ ਉਸ ਬੋਦੀ ਦੇ ਹੇਠਾਂ ਇੱਕ ਕੰਡਾ, ਇੱਕ ਸੂਈ ਲੱਗੀ ਹੁੰਦੀ ਸੀ। ਉਹ ਸੂਈ ਦੱਸਦੀ ਸੀ ਬਈ ਕਿਹੜੇ ਪਾਸੇ ਭਾਰ ਵਜ਼ਨ ਵੱਧ ਹੈ ਅਤੇ ਕਿੱਧਰ ਘੱਟ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਹੇ ਭਾਈ, ਇਹ ਸੰਸਾਰ ਦੇ ਅੰਦਰ ਨਾ ਉਹ ਪਰਮਾਤਮਾ ਤੱਕੜੀ ਵੀ ਆਪ ਹੈ, ਉਸ ਤੱਕੜੀ ਦੇ ਵਿੱਚ ਜਿਹੜੀ ਸੂਈ ਹੈ, ਜਿਹੜੀ ਬੋਦੀ ਹੈ, ਉਹ ਵੀ ਆਪ ਹੈ, ਅਤੇ ਆਪੇ ਤੋਲ ਤੁਲਾਇਆ, ਅਤੇ ਆਪੇ ਤੋਲਣ ਵਾਲਾ ਵੱਟਾ ਵੀ ਉਹ ਆਪ ਹੈ। ਉਹਨੇ ਆਪਣੇ ਹੁਕਮ ਦੇ ਵਿੱਚ ਸਾਰਾ ਕੁਝ ਰੱਖਿਆ ਹੋਇਆ। ਆਪਾਂ ਕਈ ਵਾਰੀ ਚਿੰਤਾ ਕਰਦੇ ਹਾਂ, ਆਹ ਫਲਾਣਾ ਕੰਮ ਐਵੇਂ ਹੋ ਗਿਆ ਜੀ, ਫਲਾਣੀ ਗੱਲ ਐਵੇਂ ਹੋ ਗਈ। ਸਮਾਜਿਕ ਤੌਰ 'ਤੇ ਚਿੰਤਾ ਦਾ ਵਿਸ਼ਾ ਹੈ। ਪਰ ਜੇ ਆਪਾਂ ਰੱਬ ਦੀ ਗੱਲ ਕਰੀਏ, ਕਿਉਂਕਿ ਰੱਬ ਦੀਆਂ ਗੱਲਾਂ ਤੇ ਰੱਬ ਹੀ ਜਾਣਦਾ ਨਾ। ਆਪਾਂ ਰੋਜ਼ ਪੜ੍ਹਦੇ ਹਾਂ, ਏ ਵੱਡ ਉੱਚਾ ਹੋਵੈ ਕੋਏ, ਤਿਸ ਉੱਚੇ ਕੋ ਜਾਣੈ ਸੋਏ। ਜੇ ਕੋਈ ਰੱਬ ਵੱਡਾ, ਜਿੱਡਾ ਵੱਡਾ ਹੈ, ਓਡਾ ਵੱਡਾ ਕੋਈ ਹੋਵੇ ਜਾਂ ਉਹਦੀ ਬਿਰਤੀ ਦੇ ਬਰਾਬਰ ਦਾ ਹੋਵੇ, ਤਾਂ ਹੀ ਉਹਦੀ ਖੇਡ ਨੂੰ ਜਾਣ ਸਕਦਾ ਹੈ ਨਾ। ਕਿਉਂਕਿ ਆਪਾਂ ਤੇ ਆਪਣੀ ਸਮਝ ਵਰਤਦੇ ਹਾਂ, ਆਪਾਂ ਤੇ ਆਪਣਾ ਸੋਚਣਾ, ਪਰ ਉਹਨੇ ਸਾਰਿਆਂ ਦਾ ਸੋਚਣਾ, ਫਿਰ ਰੱਖਣਾ ਵੀ ਬੈਲੈਂਸ ਦੇ ਵਿੱਚ ਹੈ। ਤੁਸੀਂ ਵੀ ਵੇਖਿਆ ਹੋਵੇਗਾ, ਕਈ ਵਾਰੀ ਕਈ ਐਸੇ ਗੱਲਾਂ ਬਾਤਾਂ ਹੋ ਜਾਂਦੀਆਂ ਨੇ, ਕੋਈ ਝਗੜੇ ਹੋ ਜਾਣ, ਕੋਈ ਹੈਪਨ ਹੋ ਜਾਣ, ਆਪਾਂ ਉਸ ਟਾਈਮ ਸੋਚਦੇ ਹਾਂ ਵੀ ਰੱਬ ਨੇ ਬੜਾ ਗਲਤ ਕੀਤਾ। ਪਰ ਜਦੋਂ ਸਮਾਂ ਲੰਘ ਜੇ, ਥੋੜ੍ਹੇ ਸਾਲ, 6 ਮਹੀਨੇ, 2 ਸਾਲ, ਫਿਰ ਕਹਿੰਦੇ ਚਲੋ ਉਦੋਂ ਚੰਗਾ ਹੋਇਆ ਸਾਨੂੰ ਇਹ ਗੱਲ ਦਾ ਪਤਾ ਲੱਗ ਗਿਆ। ਫਿਰ ਆਪਾਂ ਉਹੀ ਗੱਲ 'ਤੇ ਆਪਾਂ ਫਿਰ ਪਰਮਾਤਮਾ ਪ੍ਰਤੀ ਆਪਣੀ ਸਹਾਨੂਭੂਤੀ ਹੈ ਜਿਹੜੀ, ਆਪਣੀ ਸ਼ਰਧਾ ਹੈ ਜਿਹੜੀ, ਉਹ ਦਿਖਾਉਂਦੇ ਹਾਂ ਵੀ ਰੱਬਾ ਜੋ ਤੂੰ ਕਰ ਰਿਹਾ ਉਹ ਠੀਕ ਕਰ ਰਿਹਾ। ਇੱਥੇ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ,
ਉਹ ਪਰਮਾਤਮਾ ਆਪ ਹੈ, ਆਪੇ ਤੋਲਣ ਵਾਲਾ ਹੈ। ਆਪੇ ਸ਼ਾਹੋ ਆਪੇ ਵਣਜਾਰਾ, ਆਪੇ ਵਣਜ ਕਰਾਇਆ। ਆਮ ਕਰਕੇ ਇਹ ਜਿਹੜੇ ਕੰਡੇ ਨੇ ਵਣਜਾਰਿਆਂ ਦੇ ਕੋਲ ਹੁੰਦੇ ਨੇ, ਵਣਜ ਕਹੀਏ ਵਪਾਰੀ ਲੋਕ, ਵਣਜਾਰੇ। ਇਹ ਕਹਿੰਦੇ ਜਿਵੇਂ ਵਪਾਰੀ ਲੋਕਾਂ ਦੇ ਕੋਲ ਕੰਡੇ ਨੇ, ਠੀਕ ਹੈ, ਉਹ ਆਪਣਾ ਵਣਜ ਕਰਦੇ ਨੇ, ਸੌਦਾ ਪੱਤਾ ਵੇਚਦੇ ਨੇ। ਪਰ ਸਤਿਗੁਰੂ ਜੀ ਤੁਸੀਂ ਇੱਥੇ ਕਿਹੜੇ ਸੌਦੇ ਦੀ ਗੱਲ ਕਰਦੇ ਹੋ? ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਉਹ ਪਰਮਾਤਮਾ ਹੈ ਜਿਹੜਾ ਉਹ ਸ਼ਾਹੂਕਾਰ ਵੀ ਆਪ ਹੈ। ਭਾਵ ਕਿ ਜਿਵੇਂ ਕਿਸੇ ਨੇ ਬਿਜ਼ਨਸ ਖੋਲ੍ਹਣਾ ਹੋਵੇ, ਉਹ ਸ਼ਾਹੂਕਾਰ ਦੇ ਕੋਲੋਂ ਕਰਜ਼ਾ ਲੈ ਲੈਂਦਾ। ਅੱਜ ਕੱਲ੍ਹ ਬੈਂਕਾਂ ਆ ਗਈਆਂ, ਅੱਜ ਮਾਡਰਨ ਨਾਮ ਹੋ ਗਏ, ਫਾਈਨੈਂਸ ਦਾ ਕੰਮ ਕੀਤਾ ਜੀ। ਪੁਰਾਣੇ ਸਮਿਆਂ 'ਚ ਸ਼ਾਹੂਕਾਰ ਕਿਹਾ ਜਾਂਦਾ ਸੀ। ਕਹਿੰਦੇ ਸ਼ਾਹੂਕਾਰ ਹੈ ਜਿਹੜਾ ਉਹ ਆਪ ਹੀ ਹੈ, ਆਪੇ ਵਣਜਾਰਾ। ਫਿਰ ਉਹਦੇ ਕੋਲੋਂ ਕਰਜ਼ਾ ਲੈ ਕੇ ਵਣਜ ਕਰਨ ਵਾਲਾ ਵਣਜਾਰਾ ਵੀ ਆਪ ਹੈ। ਆਪੇ ਵਣਜ ਕਰਾਇਆ, ਤੇ ਆਪ ਹੀ ਸੌਦਾ ਵੇਚ ਰਿਹਾ ਤੇ ਆਪ ਹੀ ਸੌਦੇ ਨੂੰ ਖਰੀਦ ਰਿਹਾ। ਤੇ ਦੂਜੇ ਪਾਸੇ ਜੇ ਗੱਲ ਕਹੀਏ, ਜੀਵ ਰੂਪੀ ਵਣਜਾਰਾ ਵੀ ਉਹ ਆਪ ਹੈ, ਸਵਾਸਾ ਰੂਪੀ ਪੂੰਜੀ ਦੇਣ ਵਾਲਾ ਉਹ ਸ਼ਾਹੂਕਾਰ ਵੀ ਆਪ ਹੈ। ਤੇ ਚੰਗੇ ਅਤੇ ਮਾੜੇ ਕੰਮਾਂ ਦੀ ਜਿਹੜੀ ਖੇਡ ਆਪਾਂ ਖੇਡਦੇ ਹਾਂ ਨਾ ਸੰਸਾਰੀ ਲੋਕ, ਤੇ ਇਹ ਵੀ ਉਹ ਆਪ ਹੀ ਖਿਡਾ ਰਿਹਾ ਤੇ ਆਪਾਂ ਖੇਡ ਰਹੇ ਹਾਂ। ਆਪੇ ਧਰਤੀ ਸਾਜੀਅਣ ਪਿਆਰੈ, ਪਿੱਛੇ ਟੰਕ ਚੜਾਇਆ। ਕਿ ਸਤਿਗੁਰੂ ਜੀ ਕਹਿੰਦੇ ਹੈ ਭਾਈ, ਉਸ ਪਰਮਾਤਮਾ ਨੇ ਆਪ ਹੀ ਧਰਤੀ ਪੈਦਾ ਕੀਤੀ ਹੈ। ਤੇ ਫਿਰ ਜਿਸ ਤਰ੍ਹਾਂ ਪਿਛਲੇ ਛਾਬੇ ਦੇ ਵਿੱਚ ਕਹਿੰਦੇ ਇੱਕ ਟੰਕ ਕਹੀਏ 4 ਮਾਸੇ ਦਾ ਵੱਟਾ, ਜਾਂ ਇਉਂ ਕਹਿ ਲਈਏ ਪੁਰਾਣੇ ਬੰਦਿਆਂ ਨੂੰ ਪਤਾ ਹੈ, ਜਦੋਂ ਕੋਈ ਵੀ ਬੰਦਾ ਸਮਾਨ ਵੇਚਦਾ ਜਾਂ ਖਰੀਦਦਾ, ਉਹ ਤੱਕੜੀ ਨੂੰ ਚੁੱਕ ਕੇ ਵੇਖਦਾ, ਉਹਦੀ ਸੂਈ ਦਾ ਬੈਲੈਂਸ ਵੇਖਦਾ ਵੀ ਕਿਹੜੇ ਪਾਸੇ ਛਾਬਾ ਉੱਚਾ ਤੇ ਕਿਹੜੇ ਪਾਸੇ ਨੀਵਾਂ। ਫਿਰ ਇੱਕ ਪਾਸੇ ਉਹ ਛੋਟਾ ਜਿਹਾ ਵੱਟਾ ਜਾਂ ਕੋਈ ਭਾਰ ਬੰਨ੍ਹ ਦਿੱਤਾ ਜਾਂਦਾ, ਜਿਹਨੂੰ ਆਮ ਕਰਕੇ ਆਪਾਂ ਪਾਸਕੂ ਕਹਿ ਦਿੰਦੇ ਹਾਂ, ਵੀ ਪਾਸਕੂ, ਬਈ ਉਹਨੂੰ ਬੈਲੈਂਸ ਕਰਨ ਵਾਸਤੇ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਉਸ ਪਰਮਾਤਮਾ ਨੇ ਆਪ ਹੀ ਆਪਣੀ ਇਹ ਤੱਕੜੀ ਹੈ, ਜਿਹੜੀ ਤੱਕੜੀ ਦਾ ਭਾਵ ਬਈ ਆਪੇ ਧਰਤੀ ਸਾਜੀਅਣ ਪਿਆਰੇ। ਧਰਤੀ ਵੀ ਉਹਨੇ ਸਾਜੀ ਹੈ। ਧਰਤੀ ਦਾ ਕਹੀਏ ਬਈ ਜਿਹੜੀ ਮਰਿਆਦਾ ਰੂਪੀ ਤੱਕੜੀ ਹੈ, ਇਹ ਧਰਤੀ ਹੈ ਇੱਕ ਤਰ੍ਹਾਂ ਦਾ, ਕਿ ਉਸ ਪਰਮਾਤਮਾ ਨੇ ਆਪ ਹੀ ਇਹਨਾਂ ਕੰਮਾਂ ਦੇ ਵਿੱਚ ਬਹੁਤ ਜ਼ਿਆਦਾ ਪਿੱਛੇ ਟੰਕ ਚੜਾਇਆ। ਕਿ ਉਸ ਪਰਮਾਤਮਾ ਦਾ ਨਾਮ ਰੂਪੀ ਜਿਹੜਾ ਵੱਟਾ ਹੈ, 4 ਮਾਸੇ ਦਾ ਵੱਟਾ ਜਿਹਨੂੰ ਕਹਿ ਲਈਏ, ਜੇ ਇਉਂ ਕਹੀਏ ਵੀ ਧਰਤੀ ਵੀ ਉਹ ਆਪ ਹੈ, ਤੇ ਬਾਕੀ ਦੇ ਜਿਹੜੇ 4 ਤੱਤ ਨੇ, ਹਵਾ, ਪਾਣੀ, ਅੱਗ, ਇਹ ਸਾਰਾ ਕੁਝ ਵੀ ਉਹ ਆਪ ਹੀ ਹੈ। ਤੇ ਐਸੇ ਪਰਮਾਤਮਾ ਦੀ ਐਸੀ ਖੇਡ ਵੇਖ ਕੇ ਫਿਰ ਜਿਹੜੇ ਰੱਬ ਦੇ ਪਿਆਰੇ ਉਹ ਕਹਿੰਦੇ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ। ਕਿ ਆਪਣੇ ਮਨ ਨੂੰ ਕਹੇ ਮੇਰੇ ਮਨਾ ਉਸ ਪਰਮਾਤਮਾ ਦਾ ਸਿਮਰਨ ਕਰਿਆ ਕਰ। ਆਪਾਂ ਵਾਹਿਗੁਰੂ ਸ਼ਬਦ ਵਰਤਦੇ ਹਾਂ, ਬੋਲਦੇ ਹਾਂ। ਮਹਾਰਾਜ ਨੇ ਕਿਹਾ ਵਾਹਿਗੁਰੂ ਗੁਰਮੰਤਰ ਹੈ ਜਪ ਹੋਮੈ ਕੋਈ। ਵਾਹਿਗੁਰੂ ਵਾਹਿਗੁਰੂ ਜੀਵ ਦੇ ਨਾਲ ਜਪਣਾ ਇਹ ਇੱਕ ਵੱਖਰਾ ਕਨਸੈਪਟ ਹੈ। ਪਰ ਪਰਮਾਤਮਾ ਦੀਆਂ ਖੇਡਾਂ ਵੇਖ ਕੇ, ਪਰਮਾਤਮਾ ਦੇ ਚੋਜ ਵੇਖ ਕੇ ਆਪਣੇ ਮਨ ਦੇ ਵਿੱਚ ਉਹ ਨਕਸ਼ਾ ਲੈ ਕੇ ਆਉਣਾ ਬਈ ਪਰਮਾਤਮਾ ਵਾਹ ਤੇਰੀਆਂ ਤੇ ਖੇਡਾਂ ਹੀ ਨਿਰਾਲੀਆਂ ਨੇ, ਚੋਜੀ ਮੇਰੇ ਗੋਵਿੰਦਾ ਚੋਜੀ ਮੇਰੇ ਪਿਆਰਿਆ। ਜਦੋਂ ਉਹਦੀਆਂ ਬਲੈਸਿੰਗਸ, ਉਹਦੀਆਂ ਜੋ ਵੀ ਸੰਸਾਰ ਦੇ ਵਿੱਚ ਉਹ ਕ੍ਰੀਏਟ ਕਰ ਰਿਹਾ, ਸਾਰਾ ਕੁਝ ਵੇਖ ਕੇ ਆਪਾਂ ਸ਼ਬਦ ਜਪਾਂਗੇ ਨਾ ਵਾਹਿਗੁਰੂ, ਤੇ ਉਸ ਵੇਲੇ ਮਨ ਨੂੰ ਫਿਰ ਆਨੰਦ ਐਸਾ ਆਵੇਗਾ। ਇੱਕ ਅੱਖਾਂ ਮੀਟ ਕੇ ਤੋਤੇ ਵਾਂਗੂ ਰਟਨ ਕਰੀ ਜਾਣਾ ਵਾਹਿਗੁਰੂ ਉਹ ਲੇਖੇ 'ਚ ਪੈਂਦਾ, ਠੀਕ ਹੈ। ਪਰ ਜੇ ਤੁਸੀਂ ਵਾਕਿਆ ਹੀ ਟੇਸਟ ਲੈਣਾ ਨਾ ਉਸ ਚੀਜ਼ ਦਾ, ਸੋਚ ਕੇ ਵੇਖੋ ਹੁਣ ਆਪਾਂ ਇੱਥੇ ਬੈਠੇ ਹਾਂ ਇਹਨਾਂ ਮੁਲਕਾਂ ਦੇ ਵਿੱਚ, ਕਿੱਥੇ ਕਿਸੇ ਕੋਲ ਇੰਨਾ ਟਾਈਮ ਜਾਂ ਕਿੱਥੇ ਕਿਸੇ ਕੋਲ ਕੋਈ ਪਲੇਟਫਾਰਮ ਜਾ ਕੇ ਕਿਧਰੇ ਬੈਠੀਏ। ਜੇ ਆਪਾਂ ਕਿਸੇ ਹਾਲ ਦੇ ਵਿੱਚ ਵੀ ਥੋੜ੍ਹੇ ਸਮੇਂ ਵਾਸਤੇ ਵੀ ਜਾਂਦੇ ਹਾਂ, ਉੱਥੇ ਕਿੱਡਾ ਵੱਡਾ ਬਿੱਲ ਬਣ ਜਾਂਦਾ। ਪਰ ਜਦੋਂ ਇੱਥੇ ਵੀ ਆਪਾਂ ਇਹ ਚੀਜ਼ ਵੇਖੀ ਹੈ ਨਾ ਆ ਕੇ, ਜਦੋਂ ਮੂੰਹ ਦੇ ਵਿੱਚ ਬੁਰਕੀ ਤੋੜ ਕੇ ਆਪਾਂ ਪਾਈ ਦੀ ਹੈ, ਲੰਗਰ ਛਕੀ ਦਾ, ਤੇ ਉਦੋਂ ਵੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਧਿਆਨ ਧਰ ਕੇ ਕਿਹਾ ਕਰੀਏ ਵਾਹਿਗੁਰੂ। ਕਿਉਂ? ਮਹਾਰਾਜ ਇਹਨਾਂ ਮੁਲਕਾਂ ਦੇ ਵਿੱਚ ਇੰਨਾ ਕੁਝ ਮਹਿੰਗਾ ਹੈ, ਇਹ ਚੀਜ਼ਾਂ ਜਿਹੜੀਆਂ ਨੇ ਇੱਥੇ ਸਾਨੂੰ ਖਾਣ ਨੂੰ ਨਹੀਂ ਮਿਲਦੀਆਂ। ਪਰ ਤੂੰ ਵੇਖੋ ਇਹਨਾਂ ਕੰਟਰੀਆਂ ਦੇ ਵਿੱਚ ਵੀ ਇਹ ਚੀਜ਼ਾਂ ਭੇਜੀਆਂ ਹੋਈਆਂ ਨੇ। ਪਰ ਲੇਕਿਨ ਅਸੀਂ ਕੀ ਕਰਦੇ ਹਾਂ?
ਉਸ ਪਰਮਾਤਮਾ ਦਾ ਸ਼ੁਕਰਾਨਾ ਨਹੀਂ ਕਰਦੇ। ਅਸੀਂ ਟੇਸਟ ਵੇਖਦੇ ਹਾਂ ਵੀ ਆਹ ਫਲਾਣੀ ਚੀਜ਼ ਹੈ, ਲੂਣ ਵੱਧ ਹੈ, ਮਿਰਚ ਘੱਟ ਹੈ, ਮਿੱਠਾ ਜ਼ਿਆਦਾ ਹੈ, ਕੀ ਚੀਜ਼ ਅੱਜ ਬਣਾਈ ਹੈ, ਅਸੀਂ ਇਸ ਪਾਸੇ ਸੋਚਦੇ ਹਾਂ। ਪਰ ਉਹ ਬਣੀ ਕਿਵੇਂ, ਬਣਾਈ ਕਿਵੇਂ, ਉਹ ਸਾਰਾ ਕੁਝ ਕਿਸ ਤਰ੍ਹਾਂ ਪ੍ਰੋਗਰਾਮ ਬਣਿਆ, ਇਸ ਪਾਸੇ ਸਾਡਾ ਧਿਆਨ ਨਹੀਂ ਜਾਂਦਾ। ਪਰ ਆਪਾਂ ਨੂੰ ਜਦੋਂ ਵਾਹਿਗੁਰੂ ਸ਼ਬਦ ਆਪਾਂ ਉਚਾਰਨ ਕਰੀਏ, ਉਸ ਵੇਲੇ ਧਿਆਨ ਮਾਰ ਕੇ ਵੇਖੀਏ ਵੀ ਮਹਾਰਾਜ ਮੇਰੇ ਵਰਗੇ ਲੱਖਾਂ ਲੋਕ ਨੇ ਜਿਹੜੇ ਇੱਥੇ ਆਉਣ ਨੂੰ ਤਰਸਦੇ ਨੇ, ਮੇਰੇ ਵਰਗੇ ਲੱਖਾਂ ਲੋਕ ਨੇ ਜਿਨ੍ਹਾਂ ਨੂੰ ਗੁਰੂ ਘਰ ਆਉਣਾ ਨਸੀਬ ਨਹੀਂ ਹੋਇਆ, ਮੇਰੇ ਵਰਗੇ ਲੱਖਾਂ ਹੀ ਲੋਕ ਨੇ ਜਿਨ੍ਹਾਂ ਨੂੰ ਰੋਟੀ ਪਾਣੀ ਵੀ ਨਹੀਂ ਮਿਲਦਾ। ਪਰ ਦਾਤਾ ਤੇਰੀ ਖੇਡ ਕੈਸੀ ਹੈ। ਫਿਰ ਆਪਣੀ ਗੋਦ ਵਿੱਚ ਬੈਠਣ ਦਾ ਮੌਕਾ ਮਹਾਰਾਜ ਦੇ ਚਰਨਾਂ 'ਚ ਕੋਈ ਵੀ ਆਵੇ, ਕਿਸੇ ਵੀ ਧਰਮ ਦਾ ਆਵੇ, ਗੁਰੂ ਘਰਾਂ ਦੇ ਵਿੱਚ ਸਾਰਿਆਂ ਨੂੰ ਇੱਕੋ ਹੀ ਬਾਟੇ 'ਚੋਂ ਪ੍ਰਸ਼ਾਦ ਦਿੱਤਾ ਜਾਂਦਾ, ਇੱਕੋ ਹੀ ਬਾਟੇ 'ਚੋਂ ਲੰਗਰ ਵਰਤਾਇਆ ਜਾਂਦਾ, ਉੱਥੇ ਕੋਈ ਫਰਕ ਨਹੀਂ ਕੀਤਾ ਜਾਂਦਾ। ਸਤਿਗੁਰੂ ਜੀ ਕਹਿੰਦੇ ਉਸ ਪਰਮਾਤਮਾ ਦੀਆਂ ਆਹ ਚੀਜ਼ਾਂ ਵੇਖ ਕੇ ਨਾ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ। ਫਿਰ ਉਸ ਹਰੀ ਦਾ ਸਿਮਰਨ ਕੀਤਾ ਤੇ ਸੁਖ ਮਿਲਿਆ, ਸਕੂਨ ਮਿਲਿਆ ਕਿ ਦਾਤਾ ਤੂੰ ਕਿੱਡਾ ਵੱਡਾ ਕਾਰੀਗਰ ਹੈ, ਕਿੱਡਾ ਵੱਡਾ ਤੂੰ ਪ੍ਰੋਗਰਾਮਰ ਹੈ ਕਿ ਸਾਰਾ ਕੁਝ ਕਿਸ ਤਰ੍ਹਾਂ ਕੀਤਾ ਹੋਇਆ। ਆਪਾਂ ਵੇਖੋ ਦੇਸੋਂ ਪਰਦੇਸ ਹੋਏ, ਇੱਥੇ ਆਏ, ਆਪਾਂ ਸੋਚਿਆ ਸੀ ਵੀ ਆਹ ਸਾਰਾ ਕੁਝ ਇਸ ਤਰ੍ਹਾਂ ਬਣਿਆ ਹੋਵੇਗਾ ਅੱਗੇ, ਕਿਉਂਕਿ ਤੁਲਸੀਦਾਸ ਜੀ ਹੋਏ ਨੇ, ਉਹ ਕਹਿੰਦੇ ਪਹਿਲੇ ਬਣੀ ਪਰਾ ਲਬਦ ਪਾਛੈ ਬਣਿਆ ਸਰੀਰ। ਪਹਿਲਾਂ ਪਰਾ ਲਬਦ ਖਾਣ ਪੀਣ ਦਾ ਪ੍ਰਬੰਧ ਮਹਾਰਾਜ ਨੇ ਕੀਤਾ। ਜੇ ਇਸੇ ਗੱਲ ਨੂੰ ਆਪਾਂ ਗੁਰਬਾਣੀ ਵਿੱਚ ਪੜ੍ਹਨਾ ਹੋਵੇ, ਸੁਖਮਨੀ ਸਾਹਿਬ ਦਾ ਪਾਠ ਆਪਾਂ ਸਾਰੇ ਪੜ੍ਹਦੇ ਅਤੇ ਸੁਣਦੇ ਹਾਂ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਰਮਈਆ ਕੇ ਗੁਣ ਚੇਤ ਪਰਾਨੀ, ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸਿੰਗਾਰਿਆ, ਗਰਭ ਅਗਨ ਮੈਂ ਜਿਨੈ ਉਬਾਰਿਆ। ਕਿ ਤੂੰ ਹੰਕਾਰ ਕਰਦਾ ਹੈ ਵੀ ਮੈਂ ਬੜਾ ਸੁਹੱਪਣ ਵਾਲਾ ਹਾਂ, ਬੜਾ ਤਾਕਤ ਵਾਲਾ ਹਾਂ, ਬੜਾ ਪੈਸੇ ਵਾਲਾ ਹਾਂ, ਬੜਾ ਮੈਂ ਪਾਵਰਫੁੱਲ ਹਾਂ, ਮੇਰੀ ਸਰਕਾਰੇ ਦਰਬਾਰੇ ਪਹੁੰਚ ਬੜੀ ਹੈ। ਪਰ ਮਹਾਰਾਜ ਜੀ ਕਹਿੰਦੇ ਜਰਾ ਸੋਚ, ਤੇਰਾ ਮੁੱਢ ਕੀ ਹੈ, ਤੇਰੀ ਜੜ ਕੀ ਹੈ। ਮਾਂ ਕੀ ਰਕਤ ਪਿਤਾ ਬਿਧ ਧਾਰਾ। ਪਰ ਜਦੋਂ ਤੂੰ ਮਾਂ ਦੇ ਗਰਭ ਅੰਦਰ ਸੀ, ਉੱਥੇ ਵੀ ਤੇਰੀ ਰੱਖਿਆ ਕਰਨ ਵਾਲਾ ਪਰਮਾਤਮਾ ਸੀ। ਜਦੋਂ ਤੇਰਾ ਜਨਮ ਹੋਇਆ, ਬਾਰ ਵਿਵਸਥਾ ਤੁਝੈ ਪਿਆਰੈ, ਦੂਧ ਭਰ ਜੋਬਨ ਭੋਜਨ ਸੁਖ ਸੂਦ। ਜਦੋਂ ਵਾਹਿਗੁਰੂ ਜਪੀਏ ਨਾ, ਇਹ ਗੱਲਾਂ ਆਪਾਂ ਜਦੋਂ ਆਪਣੇ ਧਿਆਨ 'ਚ ਲਿਆਵਾਂਗੇ ਨਾ, ਮਾਫ ਕਰਿਓ ਸਾਧ ਸੰਗਤ ਜੀ, ਉਸ ਵੇਲੇ ਉਸ ਵਾਹਿਗੁਰੂ ਸ਼ਬਦ ਕਹਿਣ ਦਾ ਟੇਸਟ, ਉਸ ਵਾਹਿਗੁਰੂ ਸ਼ਬਦ ਦੀ ਜਿਹੜੀ ਸਾਊਂਡ ਹੈ, ਉਹਦੇ ਵਿੱਚ ਬਹੁਤ ਜ਼ਿਆਦਾ ਫਰਕ ਹੋਵੇਗਾ। ਪਰ ਅਸੀਂ ਸੋਚਦੇ ਹਾਂ ਚਲੋ ਠੀਕ ਹੈ, ਤੇ ਗਿਆਨੀ ਸਿੰਘਾਂ ਦਾ ਹੀ ਕੰਮ ਹੈ। ਅਰਦਾਸ ਦੇ ਵਿੱਚ ਵੀ ਵੇਖੀਦਾ, ਮਾਫ ਕਰਿਓ, ਗਿਆਨੀ ਜੀ ਜਦੋਂ ਕਹਿੰਦੇ ਨਾ ਦਸਾਂ ਪਾਤਸ਼ਾਹੀਆਂ ਦਾ ਧਿਆਨ ਧਰ ਕੇ, ਪਾਵਨ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਕਹਿੰਦੇ ਆ ਨਾ, ਤੇ ਉਦੋਂ ਵੀ ਕਈ ਸੱਜਣ ਹੋਰ ਪਾਸੇ ਹੀ ਪਹੁੰਚੇ ਹੁੰਦੇ ਨੇ, ਉਹ ਕਹਿੰਦੇ ਨਹੀਂ। ਪਰ ਉਦੋਂ ਮਨ ਇਕਾਗਰ ਹੋਣਾ ਚਾਹੀਦਾ ਹੈ। ਉਹ ਸਾਰੀਆਂ ਗੱਲਾਂ ਇੱਕ ਪਿਕਚਰ ਦੇ ਵਾਂਗੂ, ਇੱਕ ਮੂਵੀ ਦੇ ਵਾਂਗੂ, ਉਸ ਸੀਨ ਦੇ ਵਾਂਗੂ ਅੱਗੇ ਹੋਣੀਆਂ ਚਾਹੀਦੀਆਂ ਨੇ। ਬਈ ਦਾਤਾ ਤੇਰੀ ਖੇਡ ਕੀ ਹੈ। ਮਹਾਰਾਜ ਕਹਿੰਦੇ ਵੱਡਾ ਹੋਇਆ ਜਦੋਂ, ਪਹਿਲਾਂ ਬਚਪਨ ਦੇ ਵਿੱਚ ਮਾਂ ਦੀ ਛਾਤੀ ਦੇ ਵਿੱਚ ਦੁੱਧ ਪੈਦਾ ਕਰ ਦਿੱਤਾ, ਵੀ ਇਹਨੂੰ ਦੁੱਧ ਦੀ ਲੋੜ ਹੈ। ਬਾਰ ਵਿਵਸਥਾ ਤੁਝੈ ਪਿਆਰ ਹੈ, ਦੂਧ ਭਰ ਜੋਬਨ ਭੋਜਨ ਸੁਖ ਸੂਦ। ਵੱਡਾ ਹੋਇਆ, ਜਿੱਥੇ ਵੀ ਜਾਂਦਾ ਸੁੱਖ ਦੇ ਸਾਧਨ, ਕੱਪੜਾ ਲੀੜਾ ਮੋਟਰ ਗੱਡੀਆਂ, ਖਾਣ ਪੀਣ ਦਾ ਪ੍ਰਬੰਧ। ਸੋਚ ਕੇ ਵੇਖੋ, ਆਪਾਂ ਅੱਜ ਇੱਥੇ ਆਏ ਹਾਂ, ਆਪਣੇ ਆਉਣ ਤੋਂ ਪਹਿਲਾਂ ਕਿੰਨੇ ਸਾਲ ਪਹਿਲਾਂ ਫੈਕਟਰੀਆਂ ਲੱਗ ਗਈਆਂ, ਆਪਣੇ ਵੀ ਉਹਨਾਂ ਨੇ ਆਉਣਾ ਹੈ। ਕਿੰਨੇ ਵਰਕਰ ਨੇ ਜਿਹੜੇ ਉਹ ਕੰਮਾਂ ਦੇ ਵਿੱਚ ਲੱਗ ਗਏ, ਕਿੰਨੇ ਲੋਕਾਂ ਨੂੰ ਰੁਜ਼ਗਾਰ ਮਿਲਿਆ, ਕਿੰਨੇ ਐਗਰੀਕਲਚਰ ਸੈਕਟਰ ਦੇ ਨਾਲ ਸੰਬੰਧਿਤ ਲੋਕ ਕਿ ਜਿਨ੍ਹਾਂ ਨੇ ਉਹ ਚੀਜ਼ਾਂ ਉਗਾਈਆਂ। ਬਈ ਨਹੀਂ ਆ ਫਲਾਣੇ ਬੰਦੇ ਦੇ ਵਾਸਤੇ ਹੈ, ਉਹ ਪਰਮਾਤਮਾ ਨੂੰ ਪਤਾ ਹੈ ਨਾ, ਆਪਾਂ ਨੂੰ ਨਹੀਂ ਨਾ ਪਤਾ। ਸੋਚ ਕੇ ਵੇਖੋ, ਐਸੇ ਮੁਲਕਾਂ ਦੇ ਵਿੱਚ ਜਿਹੜੇ ਆਪਾਂ ਨਾਮ ਹੀ ਨਹੀਂ ਸੁਣੇ ਹੁੰਦੇ, ਉੱਥੋਂ ਦੀਆਂ ਚੀਜ਼ਾਂ ਜਿਹੜੀਆਂ ਐਕਸਪੋਰਟ ਹੋ ਕੇ ਇੱਥੇ ਆਪਾਂ ਛਕਦੇ ਹਾਂ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਗੱਲਾਂ ਵੇਖ ਕੇ ਨਾ ਮਨ ਦੇ ਵਿੱਚ ਫਿਰ ਸੁੱਖ ਮਿਲਦਾ ਜਦੋਂ ਆਪਾਂ ਇਹ ਗੱਲਾਂ ਸੋਚੀਏ ਵੀ ਦਾਤਾ ਤੇਰੀ ਖੇਡ ਕਿੱਡੀ ਵੱਡੀ ਹੈ। ਸੁਖਮਨੀ ਸਾਹਿਬ 'ਚ ਹੋਰ ਅੱਗੇ ਜਦੋਂ ਚੱਲੀਏ, ਮਹਾਰਾਜ ਕਹਿੰਦੇ ਬਾਰ ਵਿਵਸਥਾ ਤੁਝੈ ਪਿਆਰ ਹੈ, ਦੂਧ ਭਰ ਜੋਬਨ ਭੋਜਨ ਸੁਖ ਸੂਦ। ਬਿਰਧ ਪਿਆ ਉਪਰ ਸਾਕ ਸੈਨ, ਮੁਖ ਅਪਿਆਓ ਬੈਠ ਕੋ ਦੇਣ। ਬੁੱਢਾ ਹੋ ਜਾਂਦਾ ਜਦੋਂ, ਬੁਢੇਪੇ ਦੇ ਵਿੱਚ ਇਹਨੂੰ ਸਾਂਭਣ ਵਾਸਤੇ ਉਸ ਪਰਮਾਤਮਾ ਨੇ ਵੇਖੋ ਖੇਡ ਖੇਡੀ ਹੈ। ਬਈ ਕੋਈ ਨਾ ਕੋਈ ਬੰਦੇ ਦਾ ਪ੍ਰਬੰਧ ਕੀਤਾ। ਇਹਨਾਂ ਮੁਲਕਾਂ ਦੇ ਵਿੱਚ ਭਾਵੇਂ ਲੋਕ ਆਪਣੇ ਬਜ਼ੁਰਗਾਂ ਨੂੰ ਕੇਅਰ ਹੋਮ ਦੇ ਵਿੱਚ ਛੱਡ ਕੇ ਆਉਂਦੇ ਨੇ, ਪਰ ਪਰਮਾਤਮਾ ਨੇ ਖੇਡ ਵੇਖੋ ਕੈਸੀ ਕੀਤੀ ਹੈ। ਬਈ ਵੱਖ-ਵੱਖ ਕੰਟਰੀਆਂ ਤੋਂ ਸਟੂਡੈਂਟ ਆ ਕੇ ਕੇਅਰ ਹੋਮ ਦੇ ਵਿੱਚ ਉਹਨਾਂ ਦੀ ਸਾਂਭ ਸੰਭਾਲ ਕਰਦੇ ਨੇ। ਬਈ ਇਹਨਾਂ ਨੇ ਜਿਹੜੇ ਬੱਚੇ ਪੈਦਾ ਕੀਤੇ ਸੀ ਬਜ਼ੁਰਗਾਂ ਨੇ, ਇਹਨਾਂ ਨੇ ਜਿਹੜੀਆਂ ਠੱਗੀਆਂ ਠੋਰੀਆਂ ਮਾਰ ਕੇ ਧਨ ਦੌਲਤ ਕੀਤਾ ਸੀ ਇਕੱਠਾ, ਪਰ ਇਹਨਾਂ ਦੇ ਬੱਚੇ ਤੇ ਇਹਨਾਂ ਦਾ ਸਾਥ ਛੱਡ ਗਏ।
ਪਰ ਪਰਮਾਤਮਾ ਨੇ ਹੋਰ ਹੀ ਪਤਾ ਨਹੀਂ ਕਿੱਥੋਂ ਪੈਦਾ ਕਰਕੇ ਉਹਨਾਂ ਦੀ ਸਾਂਭ ਸੰਭਾਲ ਵਾਸਤੇ ਭੇਜਦੇ। ਕਦੇ ਕੇ ਰੋਮ ਜਾ ਕੇ ਵੇਖੀਏ ਸਹੀ। ਪਰ ਮਹਾਰਾਜ ਕਹਿੰਦੇ ਬਈ ਐਸੇ ਮੁਖ ਅਪਿਆਓ ਬੈਠ ਕੋ ਦਾਨੋ, ਬੈਠਿਆਂ ਬਿਠਾਇਆਂ ਦੇ ਮੂੰਹ ਦੇ ਵਿੱਚ ਫੂਡ ਪਾਉਂਦੇ ਨੇ, ਉਹਨਾਂ ਨੂੰ ਸਾਂਭ ਸੰਭਾਲਦੇ ਨੇ। ਪਰ ਮਹਾਰਾਜ ਕਹਿੰਦੇ ਇਹ ਬੰਦਾ ਏਡਾ ਨਸ਼ੁਕਰਾ ਹੈ। ਆਪਾਂ ਸਾਰੇ ਇਸੇ ਕੈਟਾਗਰੀ 'ਚ ਆਉਂਦੇ ਹਾਂ। ਇਹ ਨਿਰਗੁਣ ਗੁਣ ਕਛੂ ਨਾ ਬੁਝੈ, ਬਖਸ਼ ਲਿਓ ਤੋ ਨਾਨਕ ਸੀਜੈ। ਇਹ ਏਡਾ ਨਸ਼ੁਕਰਾ ਹੈ, ਇਹ ਉਸ ਪਰਮਾਤਮਾ ਦੇ ਗੁਣਾਂ ਦੀ ਕਦਰ ਨਹੀਂ ਕਰਦਾ। ਮਹਾਰਾਜ ਕਹਿੰਦੇ ਜਦੋਂ ਇਹ ਚੀਜ਼ਾਂ ਵੇਖੇ ਤੇ ਉਸ ਵੇਲੇ ਉਹਦਾ ਸਿਮਰਨ ਕਰਿਆ ਕਰ, ਫਿਰ ਤੇਰੇ ਮਨ ਨੂੰ ਸ਼ਾਂਤੀ ਆਵੇਗੀ, ਸਕੂਨ ਆਵੇਗਾ। ਆਪਾਂ ਜਪਦੇ ਜ਼ਰੂਰ ਹਾਂ, ਪਰ ਲੇਕਿਨ ਆਪਣੇ ਮਨ ਨੂੰ ਸ਼ਾਂਤੀ ਨਹੀਂ। ਆਪਾਂ ਉੱਪਰੋਂ ਜਪਣੇ ਆ, ਸੋਚਦੇ ਨਹੀਂ। ਪਰ ਜਦੋਂ ਆਹ ਜਿਹੜੀਆਂ ਗੱਲਾਂ ਆਪਾਂ ਸਰਵਣ ਕੀਤੀਆਂ ਨੇ, ਜਦੋਂ ਸੋਚ ਕੇ ਇੱਕ ਵਾਰੀ ਵੀ ਵਾਹਿਗੁਰੂ ਕਵਾਂਗੇ ਨਾ, ਤੇ ਸੱਚੀ ਗੱਲ ਹੈ ਉਹ ਆਪਣੇ ਰੋਮ ਰੋਮ ਦੇ ਵਿੱਚੋਂ ਵੀ ਉਸੇ ਵਾਹਿਗੁਰੂ ਦੀ ਆਵਾਜ਼ ਆਵੇਗੀ ਕਿ ਮਹਾਰਾਜ ਤੂੰ ਏਡਾ ਵੱਡਾ ਬੇਅੰਤ ਹੈ। ਹਰ ਹਰ ਨਾਮ ਨਿਧਾਨ ਹੈ ਪਿਆਰਾ, ਗੁਰ ਪੂਰੈ ਮੀਠਾ ਲਾਇਆ। ਹੇ ਭਾਈ, ਪਰਮਾਤਮਾ ਦਾ ਜਿਹੜਾ ਨਾਮ ਹੈ ਨਾ, ਉਹ ਸਾਰੇ ਸੁੱਖਾਂ ਦਾ ਖਜ਼ਾਨਾ ਹੈ। ਤੇ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਵਿੱਚ ਪਿਆ ਹੈ, ਉਸੇ ਨੂੰ ਹੀ ਉਸ ਪਰਮਾਤਮਾ ਦਾ ਨਾਮ ਮਿੱਠਾ ਕਰਕੇ ਗੁਰੂ ਨੇ ਸਮਝਾਇਆ। ਤਾਂ ਹੀ ਤੇ ਮਹਾਰਾਜ ਨੇ ਕਹਿਣਾ, ਗੁਰ ਕੀ ਮਤ ਤੂੰ ਲੇਹ ਇਆਨੇ, ਭਗਤ ਬਿਨਾ ਬੋ ਡੂਬੇ ਸਿਆਨੇ। ਬਈ ਮਹਾਰਾਜ ਗੁਰੂ ਦੀ ਮਤ ਲੈ, ਗੁਰਮਤ ਦਾ ਧਾਰਨੀ ਹੋ। ਪਰ ਅਸੀਂ ਕਹਿੰਦੇ ਨਹੀਂ, ਅਸੀਂ ਗੁਰੂ ਦੀ ਮਤ ਨਹੀਂ, ਜਦੋਂ ਵੇਖਾਂਗੇ ਸਮਾਂ ਆਏਗਾ। ਪਰ ਸਤਿਗੁਰੂ ਪਾਤਸ਼ਾਹ ਜੀ ਸਮਝਾਉਂਦੇ ਨੇ ਬਈ ਪੂਰੇ ਗੁਰੂ ਦੇ ਰਾਹੀਂ ਹੀ ਇਹ ਗੱਲਾਂ, ਉਸ ਪਰਮਾਤਮਾ ਦਾ ਨਾਮ ਰੂਪੀ ਖਜ਼ਾਨਾ, ਨਾਮ ਸਿਮਰਨ ਮਿੱਠਾ ਲੱਗਦਾ। ਰਹਾਉ ਆਪੇ ਧਰਤੀ ਸਾਜੀਅਨ ਪਿਆਰੈ, ਆਪ ਹੀ ਜਲ ਪਿਆਰਾ। ਆਪੇ ਧਰਤੀ ਆਪ ਜਲ ਪਿਆਰਾ, ਆਪੇ ਕਰੇ ਕਰਾਇਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਪਰਮਾਤਮਾ ਧਰਤੀ ਨੂੰ ਵੀ ਪੈਦਾ ਕਰਨ ਵਾਲਾ ਆਪ ਹੈ, ਤੇ ਆਪ ਹੀ ਪਾਣੀ ਨੂੰ ਪੈਦਾ ਕਰਨ ਵਾਲਾ ਹੈ। ਅੱਜ ਕੱਲ੍ਹ ਸਾਇੰਸ ਵੀ ਇਹ ਗੱਲ ਮੰਨਦੀ ਹੈ ਬਈ 3 ਹਿੱਸੇ ਦੁਨੀਆ ਦੇ ਵਿੱਚ ਪਾਣੀ ਹੈ ਤੇ 1 ਹਿੱਸਾ ਧਰਤੀ ਹੈ। ਤੁਸੀਂ ਸੋਚ ਕੇ ਵੇਖੋ ਕਿ ਜਦੋਂ ਆਪਾਂ ਬਹੁਤੀ ਕੁਆਂਟੀਟੀ ਦੇ ਵਿੱਚ ਥੋੜ੍ਹੀ ਚੀਜ਼ ਪਾ ਦਈਏ ਤੇ ਉਹਦੇ ਵਿੱਚ ਮਿਕਸ ਹੋ ਜਾਂਦੀ ਹੈ। ਪਰ ਉਹ ਪਰਮਾਤਮਾ ਵੇਖੋ ਕੈਸੀ ਖੇਡ ਉਹਨੇ ਖੇਡੀ ਹੈ। ਕਿਉਂਕਿ ਤਾਂ ਹੀ ਤੇ ਮਹਾਰਾਜ ਨੇ ਕਹਿਣਾ, ਭੈ ਵਿੱਚ ਪਵਨ ਵਹੈ ਸਦਵਾਓ, ਭੈ ਵਿੱਚ ਚੱਲੈ ਲਖ ਦਰਿਆਓ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ। ਮਹਾਰਾਜ ਨੇ ਸਾਰਾ ਕੁਝ ਉਹ ਭੈ ਦੇ ਵਿੱਚ ਰੱਖਿਆ ਤੇ ਆਪੇ ਕਰੇ ਕਰਾਇਆ। ਉਹ ਖੇਡਾਂ ਆਪ ਹੀ ਕਰ ਰਿਹਾ। ਆਪੇ ਹੁਕਮ ਵਰਤਦਾ ਪਿਆਰਾ, ਕਿਉਂਕਿ ਉਸ ਪਰਮਾਤਮਾ ਦਾ ਹੁਕਮ ਸਾਰੇ ਪਾਸੇ ਵਰਤ ਰਿਹਾ। ਜਲ ਮਾਟੀ ਬੰਦ ਰਖਾਇਆ। ਪਰ ਉਸ ਪਰਮਾਤਮਾ ਨੇ ਵੇਖੋ ਕੀ ਖੇਡ ਖੇਡੀ ਹੈ। ਪਾਣੀ ਨੂੰ ਮਿੱਟੀ ਦੇ ਨਾਲ ਉਹਨੇ ਆਪਣੇ ਹੁਕਮ ਦੇ ਵਿੱਚ ਬੰਨ੍ਹ ਕੇ ਰੱਖਿਆ ਹੋਇਆ, ਰੋੜਦਾ ਨਹੀਂ। ਕਿਉਂਕਿ ਅੱਗੇ ਤੇ ਆਪਾਂ ਕਹਿ ਦਈਏ ਨਾ ਵੀ ਇਹ ਗੱਲਾਂ ਹੁਣ ਤੇ ਸਾਇੰਸ ਤੇ ਗੂਗਲ ਤੇ ਸਾਰਾ ਕੁਛ ਹੈ ਬਈ 3 ਹਿੱਸੇ ਪਾਣੀ ਤੇ 1 ਹਿੱਸੇ ਧਰਤੀ, ਆਪਾਂ ਸਾਰੇ ਸੁਣਦੇ ਹੀ ਆ ਰਹੇ ਹਾਂ। ਪਰ ਉਹ ਪਰਮਾਤਮਾ ਦੀ ਖੇਡ ਕੈਸੀ ਹੈ। ਆਪੇ ਹੀ ਭਉ ਪਾਏਂਦਾ ਪਿਆਰਾ, ਬਨ ਬੱਕਰੀ ਸੀ ਹੰਢਾਇਆ। ਉਸ ਪਰਮਾਤਮਾ ਨੇ ਵੇਖੋ ਕੈਸੀ ਖੇਡ ਖੇਡੀ ਹੈ। ਆਪਣਾ ਡਰ ਪਾ ਕੇ ਰੱਖਿਆ, ਮਾਨੋ ਜਿਵੇਂ ਇੱਕ ਬੱਕਰੀ ਸ਼ੇਰ ਨੂੰ ਬੰਨ੍ਹ ਕੇ ਫਰਾ ਰਹੀ ਹੋਵੇ। ਜਿਵੇਂ ਆਪਾਂ ਸਾਰਿਆਂ ਨੂੰ ਪਤਾ ਵੀ ਸ਼ੇਰ ਹੈ ਜਿਹੜਾ ਉਹ ਬੱਕਰੀ ਨੂੰ ਖਾ ਜਾਂਦਾ, ਪਰ ਇਹ ਇੱਥੇ ਖੇਡ ਇਹ ਵਰਤ ਰਹੀ ਹੈ। ਜਦੋਂ ਸੋਚੀਏ ਬਈ ਮਾਨੋ ਸ਼ੇਰ ਤਾਂ ਹੈ, ਪਰ ਉਸ ਸ਼ੇਰ ਦੇ ਗਲ ਦੇ ਵਿੱਚ ਰੱਸੀ ਪਾ ਕੇ ਜਿਹੜੀ ਬੱਕਰੀ ਹੈ ਉਹਨੂੰ ਲਈ ਫਿਰਦੀ ਹੈ ਵੀ ਇੱਧਰ ਨੂੰ ਨਹੀਂ ਇੱਧਰ ਨੂੰ ਚੱਲ। ਹੁਣ ਪਾਣੀ ਦਾ ਵੇਖੋ ਹੈ ਤੇ ਸ਼ੇਰ ਵਾਲਾ ਹੀ ਕੰਮ ਹੈ ਨਾ, ਤੇ ਬੱਕਰੀ ਧਰਤੀ ਕਹਿ ਦਈਏ, ਛੋਟਾ ਏਰੀਆ ਕਹਿ ਦਈਏ, ਉਹ ਇੱਕ ਤਰ੍ਹਾਂ ਦਾ ਉਹਦੇ ਵਿੱਚ ਬੰਨ੍ਹ ਕੇ ਰੱਖਿਆ ਹੋਇਆ। ਆਪੇ ਕਾਸ਼ਟ ਆਪ ਹਰ ਪਿਆਰਾ, ਵਿੱਚ ਕਾਸ਼ਟ ਅਗਨ ਰਖਾਇਆ। ਮਹਾਰਾਜ ਕਹਿੰਦੇ ਹੇ ਭਾਈ, ਉਹ ਪਰਮਾਤਮਾ ਲੱਕੜ ਨੂੰ ਵੀ ਪੈਦਾ ਕਰਨ ਵਾਲਾ ਆਪ ਹੀ ਹੈ ਤੇ ਆਪ ਹੀ ਅੱਗ ਨੂੰ ਬਣਾਉਣ ਵਾਲਾ ਹੈ। ਪਰ ਉਸ ਲੱਕੜੀ ਦੇ ਵਿੱਚ ਅੱਗ ਨੂੰ ਲੁਕੋ ਕੇ ਵੀ ਉਸੇ ਪਰਮਾਤਮਾ ਨੇ ਰੱਖਿਆ। ਕਿਉਂਕਿ ਲੱਕੜ ਵੇਖੋ ਕੋਈ ਵੀ ਲੈ ਲਓ, ਆਪਣੇ ਘਰਾਂ 'ਚ ਵੀ ਇੱਥੇ ਤੇ ਘਰ ਹੀ ਲੱਕੜ ਦੇ ਬਣੇ ਨੇ, ਆਪਾਂ ਸਾਰਿਆਂ ਨੂੰ ਪਤਾ ਹੈ। ਪਰ ਇਹਦੇ ਵਿੱਚ ਅੱਗ ਹੈ, ਪ੍ਰਗਟ ਨਹੀਂ ਹੋ ਰਹੀ। ਪਰ ਉਸ ਪਰਮਾਤਮਾ ਦੀ ਖੇਡ ਹੈ ਨਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਆਪੇ ਹੀ ਆਪ ਵਰਤਦਾ ਪਿਆਰਾ,
ਭੈ ਅਗਨ ਨ ਸਕੈ ਜਲਾਇਆ। ਪਰ ਉਹਦਾ ਹੁਕਮ ਵਰਤ ਰਿਹਾ, ਇਹ ਲੱਕੜ ਨੂੰ ਅੱਗ ਹੈ ਜਿਹੜੀ ਉਹ ਸਾੜ ਨਹੀਂ ਰਹੀ, ਇਹਦੇ ਵਿੱਚ ਹੀ ਹੈ। ਆਪੇ ਮਾਰ ਜਿਵਾਏ ਦਾ ਪਿਆਰਾ, ਸਾਹ ਲੈਂਦੇ ਸਭ ਲਵਾਇਆ। ਉਹ ਪਰਮਾਤਮਾ ਮਾਰ ਕੇ ਜਿਉਂਦਾ ਕਰਨ ਵਾਲਾ ਵੀ ਆਪ ਹੈ, ਤੇ ਸਾਰੇ ਜੀਵ ਉਹਦੇ ਪ੍ਰੇਰੇ ਹੋਏ ਸਾਹ ਲੈ ਰਹੇ ਨੇ, ਭਾਵ ਕੇ ਮਾਰ ਕੇ ਜਿਉਂਦਾ ਕਰਨ ਵਾਲਾ। ਜੇ ਦੁਨਿਆਵੀ ਗੱਲ ਕਰੀਏ, ਜਿਹੜੇ ਬੰਦੇ ਦੀ ਜ਼ਮੀਰ ਮਰੀ ਹੋਵੇ ਨਾ ਦੁਨਿਆਵੀ ਤੌਰ 'ਤੇ, ਉਸ ਮਰੀ ਹੋਈ ਜ਼ਮੀਰ ਨੂੰ ਜਿਉਂਦਾ ਕਰਨ ਵਾਲਾ ਵੀ ਉਹ ਆਪ ਹੈ, ਭਾਵ ਕਿ ਉਹਨਾਂ ਨੂੰ ਚੰਗੇ ਪਾਸੇ ਵੀ ਉਹ ਆਪ ਹੀ ਲੈ ਕੇ ਜਾਣ ਵਾਲਾ ਹੈ। ਆਪੇ ਤਾਣ ਦੀਵਾਨ ਹੈ ਪਿਆਰਾ, ਆਪੇ ਕਾਰੈ ਲਾਇਆ। ਹੇ ਭਾਈ, ਉਹ ਪਰਮਾਤਮਾ ਆਪ ਹੀ ਤਾਕਤ ਹੈ, ਤੇ ਆਪ ਹੀ ਤਾਕਤ ਦੇ ਵਿੱਚ ਵਰਤਣ ਵਾਲਾ ਉਹ ਹਾਕਮ ਵੀ ਆਪ ਹੈ, ਜਿਹਨੇ ਸਾਰੇ ਜਗਤ ਨੂੰ ਆਪ ਹੀ ਕਾਰ ਦੇ ਵਿੱਚ, ਆਪ ਹੀ ਕੰਮਾਂ ਦੇ ਵਿੱਚ ਲਾਇਆ ਹੋਇਆ, ਖਚਿਤ ਕੀਤਾ ਹੋਇਆ, ਕਿਉਂਕਿ ਉਹਦੀ ਖੇਡ ਹੈ। ਸਾਰੇ ਲੋਕ ਇਹ ਖੇਡਾਂ ਖੇਡ ਰਹੇ ਨੇ। ਜਿਉਂ ਆਪ ਚਲਾਏ ਤਿਉਂ ਚੱਲੀਐ ਪਿਆਰੇ, ਜਿਉਂ ਹਰ ਪ੍ਰਭ ਮੇਰੇ ਭਾਇਆ। ਮਹਾਰਾਜ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ, ਪਿਆਰੇ ਸੱਜਣ, ਜਿਵੇਂ ਉਹ ਪਰਮਾਤਮਾ ਆਪ ਜੀਵਾਂ ਨੂੰ ਤੋਰਦਾ ਹੈ ਤੇ ਉਸ ਹਰੀ ਪਰਮਾਤਮਾ ਨੂੰ ਭਾਉਂਦਾ ਹੈ, ਉਵੇਂ ਹੀ ਇਹ ਸੰਸਾਰ ਦੇ ਲੋਕ ਚੱਲਦੇ ਨੇ ਆਪਣੀ ਮਰਜ਼ੀ ਦੇ ਨਾਲ ਨਹੀਂ। ਆਪਾਂ ਵੇਖੋ ਕਈ ਵਾਰੀ ਮਰਜ਼ੀਆਂ ਕਰਕੇ ਵੇਖੀਆਂ, ਤੁਸੀਂ ਵੀ ਕੀਤੀਆਂ ਹੋਣਗੀਆਂ, ਬਈ ਹਾਂ ਜੀ ਅੱਜ ਆਪਾਂ ਆਹ ਫਲਾਣੀ ਥਾਂ 'ਤੇ ਜਾਣਾ, ਫਲਾਣਾ ਕੰਮ ਕਰਨਾ, ਪਰ ਲੇਕਿਨ ਉਸ ਪਾਸੇ ਜਾ ਨਹੀਂ ਹੁੰਦਾ। ਉਸ ਤਰ੍ਹਾਂ ਆਪਣਾ ਜਿਹੜੀ ਪ੍ਰਪੋਜ਼ਲ ਹੈ, ਜਿਹੜਾ ਉਹ ਸਿਰੇ ਨਹੀਂ ਕੰਮ ਚੜ੍ਹਦਾ। ਪਰ ਲੇਕਿਨ ਮਹਾਰਾਜ ਦੀ ਬਾਣੀ ਜਦੋਂ ਪੜ੍ਹੀਏ, ਮਹਾਰਾਜ ਗਵਾਹੀ ਭਰਦੇ ਨੇ, ਮਤਾ ਕਰੈ ਪੱਛਮ ਕੈ ਤਾਈ ਪੂਰਬ ਹੀ ਲੈ ਜਾਤ। ਬਈ ਜਾਣਾ ਤੇ ਆਪਾਂ ਪੱਛਮ ਵਾਲੇ ਪਾਸੇ ਹੈ, ਤੇ ਮਹਾਰਾਜ ਪੂਰਬ ਵਾਲੇ ਪਾਸੇ ਆਪੇ ਲੈ ਕੇ ਚਲਾ ਜਾਂਦਾ, ਵੀ ਨਹੀਂ ਇੱਧਰ ਨਹੀਂ, ਤੂੰ ਇੱਧਰ ਚੱਲ। ਤੁਸੀਂ ਵੀ ਵੇਖਿਆ ਹੋਏਗਾ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਉਹ ਪਰਮਾਤਮਾ ਹੈ ਜਿਹੜਾ ਜਿਉਂ ਆਪ ਚਲਾਏ ਤਿਉਂ ਚੱਲੀਐ ਪਿਆਰੇ, ਜਿਉਂ ਹਰ ਪ੍ਰਭ ਮੇਰੇ ਭਾਇਆ। ਜਿਵੇਂ ਉਹਨੂੰ ਚੰਗਾ ਲੱਗਦਾ। ਆਪੇ ਜੰਤੀ ਜੰਤ ਹੈ ਪਿਆਰਾ, ਜਨ ਨਾਨਕ ਵਜੈ ਵਜਾਇਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਆਪੇ ਜੰਤੀ ਜੰਤ ਹੈ ਪਿਆਰਾ। ਉਹ ਪਰਮਾਤਮਾ ਆਪ ਹੀ ਇਸ ਜੀਵ ਰੂਪੀ ਵਾਜੇ ਨੂੰ ਬਣਾਉਣ ਵਾਲਾ ਵੀ ਆਪ ਹੈ, ਇਸ ਵਾਜੇ ਨੂੰ ਵਜਾਉਣ ਵਾਲਾ ਵੀ ਆਪ ਹੈ, ਤੇ ਸਾਰੇ ਜਿਹੜੇ ਲੋਕ ਨੇ ਦੁਨੀਆ ਦੇ ਵਿੱਚ ਪੈਦਾ ਕੀਤੇ ਹੋਏ, ਇਹ ਸਾਰੇ ਜੀਵ ਉਸੇ ਦੇ ਹੀ ਵਾਜੇ ਹਨ ਤੇ ਉਹਦੇ ਹੀ ਵਜਾਏ ਵੱਜਦੇ ਹਨ। ਸੌਖੇ ਸ਼ਬਦਾਂ ਦੇ ਵਿੱਚ ਕਹੀਏ ਬਈ ਆਪਾਂ ਸਾਰੇ ਉਸ ਪਰਮਾਤਮਾ ਦੇ ਬਣਾਏ ਹੋਏ ਹਾਂ। ਜਿਵ ਜਿਵ ਹੁਕਮ ਤਿਵੈ ਤੇ ਵਕਾਰ, ਉਹਦੇ ਹੁਕਮ ਦੇ ਵਿੱਚ ਹੀ ਆਪਾਂ ਸਾਰੇ ਚੱਲ ਰਹੇ ਹਾਂ। ਇੱਥੇ ਇਹ ਨਹੀਂ ਆਪਾਂ, ਕਿਉਂਕਿ ਪਹਿਲਾਂ ਵੀ ਬੇਨਤੀ ਕਰੀ ਦੀ ਹੈ ਬਈ ਇਹ ਜਿਹੜਾ ਮਹਾਰਾਜ ਨੇ ਬਚਨ ਕਿਹਾ ਨਾ, ਇਹ ਇਉਂ ਕਹਿ ਲਈ ਬਈ ਜਿਵੇਂ ਕੋਈ ਬੰਦਾ ਉੱਚੀ ਪੜ੍ਹਾਈ ਵਾਲਾ ਹੋਵੇ, ਪਰ ਗੁਰੂ ਕੀ ਬਾਣੀ ਦੇ ਅੰਦਰ ਬਈ ਕੋਈ ਵੀ ਬੰਦਾ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ। ਜੇ ਕੋਈ ਮੈਡੀਟੇਸ਼ਨ ਕਰਦਾ ਹੈ, ਉਹਦੀ ਦੁਨਿਆਵੀ ਐਜੂਕੇਸ਼ਨ ਕੋਈ ਮਾਇਨਾ ਨਹੀਂ ਰੱਖਦੀ, ਪਰ ਉਹਦਾ ਲਾਈਫ ਸਟਾਈਲ ਕਿਹੋ ਜਿਹਾ ਹੈ, ਉਹ ਮੈਡੀਟੇਟ ਕਿਵੇਂ ਕਰਦਾ, ਕਿਸ ਤਰ੍ਹਾਂ ਵਿਚਰਦਾ ਹੈ, ਉਹਦੇ ਉੱਤੇ ਬਖਸ਼ਿਸ਼ ਹੁੰਦੀ ਹੈ। ਪਰ ਲੇਕਿਨ ਜੇ ਦੂਜੇ ਪਾਸੇ ਆਪਾਂ ਗੱਲ ਕਹੀਏ ਕਿ ਇਹ ਜਿਹੜੀਆਂ ਗੱਲਾਂ ਜਿਹੜੀਆਂ ਆਪਾਂ ਸਰਵਣ ਕੀਤੀਆਂ ਨੇ ਮਹਾਰਾਜ ਦੇ ਬਚਨ, ਇਉਂ ਕਹਿ ਲਈਏ ਵੀ ਆਪਾਂ ਤਾਂ ਹਜੇ LKG ਦੇ ਜਾਂ ਪਹਿਲੀ ਕਲਾਸ ਦੇ ਸਟੂਡੈਂਟ ਵੀ ਨਹੀਂ, ਪਹਿਲੀ ਕੱਚੀ ਦੇ ਵੀ ਸਟੂਡੈਂਟ ਨਹੀਂ। ਇਹ ਮਹਾਰਾਜ ਨੇ ਉਹਨਾਂ ਦੀ ਗੱਲ ਕੀਤੀ ਹੈ ਜਿਹੜੇ ਰੱਬ ਦੇ ਨਾਲ ਇੱਕ ਮਿਕ ਹੋਏ ਪਏ ਨੇ, ਤੇ ਇੱਕ ਮਿਕ ਹੋਣ ਵਾਲੇ ਇਹੀ ਕਹਿੰਦੇ ਨੇ ਵੀ ਜਿਵੇਂ ਉਹਦੀ ਖੇਡ ਵਰਤ ਰਹੀ ਹੈ, ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਸੋਏ ਨਹੀਂ ਸੇਵਾ ਪ੍ਰਵਾਨ ਕਰਨੀ ਜੀ। ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਕਰਿਓ। ਪੰਕਤੀਆਂ ਪੜ੍ਹ ਕੇ ਆਪਾਂ ਫਤਿਹ ਦੀ ਸਾਂਝ ਪਾਉਂਦੇ ਹਾਂ ਜੀ। ਜਿਉਂ ਆਪ ਚਲਾਏ ਤਿਉਂ ਚੱਲੀਐ ਪਿਆਰੇ, ਜਿਉਂ ਹਰ ਪ੍ਰਭ ਮੇਰੇ ਭਾਇਆ। ਆਪੇ ਜੰਤੀ ਜੰਤ ਹੈ ਪਿਆਰਾ, ਜਨ ਨਾਨਕ ਵਜੈ ਵਜਾਇਆ। ਵਾਹਿਗੁਰੂ ਜੀ ਕਾ ਖਾਲਸਾ।